ਲੜੀਵਾਰ ਤੋਂ ਚੱਲ ਰਹੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਦਾ ਸਮਾਂ ਹੈ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਅਸੀਸ ਬਖਸ਼ੋ, ਪਿਆਰ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 13ਵੀਂ ਪਾਵਨ ਅਸ਼ਟਪਦੀ ਅੰਦਰ ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲੇ ਮਨੁੱਖ ਦਾ ਜ਼ਿਕਰ ਕਰਦੇ ਨੇ। ਅੱਜ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ, ਮਨੁੱਖ ਨੇ ਜਿੰਨੀ ਤਰੱਕੀ ਕੀਤੀ ਹੈ ਨਾ, ਓਨਾ ਹੀ ਮਨੁੱਖ ਧਰਮ ਦੀ ਦੁਨੀਆ ਦੇ ਵਿੱਚ ਅਗਾਂਹ ਨਹੀਂ ਵਧਿਆ, ਬਲਕਿ ਇਹਦੇ ਜੀਵਨ ਵਿੱਚ ਨਿਗਾਰ ਆਇਆ ਹੈ। ਜਿੰਨੀ ਕਮਾਈ ਇਹਨੇ ਬਾਹਰ ਪਦਾਰਥਾਂ ਦੀ ਕੀਤੀ ਹੈ, ਓਨੀ ਕਮਾਈ ਇਹਨੇ ਧਰਮ ਦੀ ਨਹੀਂ ਕੀਤੀ। ਹੁਣ ਆਪ ਜੀਵਨ ਵਿੱਚ ਕਮਾਈ ਨਾ ਹੋਣ ਕਾਰਨ ਅੱਖਾਂ ਤੇ ਅਗਿਆਨਤਾ ਦਾ ਪਰਦਾ ਹੋਣ ਕਾਰਨ ਜਦੋਂ ਇਹਨੇ ਸੰਸਾਰ ਨੂੰ ਵੇਖਿਆ ਤਾਂ ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਸਨ, ਉਹਨਾਂ ਦੀ ਇਹਨੂੰ ਪਹਿਚਾਣ ਨਾ ਹੋਈ। ਔਰ ਸੁਭਾਵਿਕ ਗੱਲ ਹੈ, ਉਹਨਾਂ ਚਿਰ ਪਹਿਚਾਣ ਹੁੰਦੀ ਵੀ ਨਹੀਂ ਜਿੰਨਾ ਚਿਰ ਬੰਦਾ ਆਪ ਮਾਲਕ ਨਾਲ ਜੁੜਦਾ ਨਹੀਂ, ਗੁਰੂ ਨਾਲ ਜੁੜਦਾ ਨਹੀਂ, ਗੁਰੂ ਨਾਲ ਸਾਂਝ ਨਹੀਂ ਪਾਉਂਦਾ। ਗੁਰੂ ਹੀ ਮਨੁੱਖ ਦੇ ਜੀਵਨ ਦੇ ਕਿਰਦਾਰ ਨੂੰ ਦੱਸਦਾ ਹੈ ਵੀ ਇਸ ਮਨੁੱਖ ਦਾ ਆਹ ਕਿਰਦਾਰ ਹੈ, ਇਹਦੇ ਵਿੱਚ ਆਹ ਗੁਣ ਹੁੰਦੇ ਨੇ, ਆਹ ਚੰਗਿਆਈਆਂ ਹੁੰਦੀਆਂ ਨੇ। ਹੁਣ ਆਪ ਮਨੁੱਖ ਅੰਦਰੋਂ ਖਾਲੀ ਹੈ, ਇਸ ਕਰਕੇ ਜਦੋਂ ਇਹ ਵੇਖਦਾ ਹੈ ਤੇ ਇਹਨੂੰ ਪ੍ਰਤੀਤ ਹੁੰਦਾ ਹੈ ਵੀ ਇਹ ਸਾਰੇ ਖਾਲੀ ਹੋਣਗੇ। ਪਰ ਸਤਿਗੁਰ ਪਾਤਸ਼ਾਹ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਹੈ। ਇਤਿਹਾਸ ਵਿੱਚੋਂ ਆਪਾਂ ਜਦੋਂ ਵਿਚਾਰਦੇ ਹਾਂ ਕਿ ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਚੱਲ ਕੇ ਬਾਬਾ ਲਹਿਣਾ ਜੀ ਗਏ। ਉਸ ਸਮੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੀ ਖੇਤੀ ਦਾ ਕਾਰਜ ਪਏ ਕਰਦੇ ਨੇ, ਕੰਮ ਪਏ ਕਰਦੇ ਨੇ, ਤੇ ਝੋਨੇ ਦੀ ਖੇਤੀ ਸੀ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਬਾਬਾ ਲਹਿਣਾ ਜੀ ਵੀ ਲੱਗੇ ਕੰਮ ਕਰਨ। ਸਤਿਗੁਰ ਨੂੰ ਪੁੱਛਿਆ, ਮਹਾਰਾਜ ਮੈਂ ਵੀ ਨਾਲ ਤੁਹਾਡੇ ਕੰਮ ਕਰਾਂ? ਮਹਾਰਾਜ ਆਖਦੇ ਨੇ ਕੋਈ ਗੱਲ ਨਹੀਂ, ਆ ਜਾਓ ਤੁਸੀਂ ਵੀ ਕਰੋ, ਬਾਕੀ ਸਾਰੇ ਕਰ ਰਹੇ ਨੇ। ਕਿਰਤ ਨੂੰ ਮਹਾਨ ਦੱਸਿਆ ਇਸ ਘਰ ਦੇ ਅੰਦਰ, ਕਿਰਤ ਜ਼ਰੂਰੀ ਹੈ। ਤੁਸੀਂ ਵੀ ਆਓ, ਤੁਸੀਂ ਵੀ ਨਾਲ ਕਿਰਤ ਕਰੋ। ਹੁਣ ਬਾਬਾ ਲਹਿਣਾ ਜੀ ਉਹ ਦੁਕਾਨ ਚਲਾਉਂਦੇ ਸਨ, ਹੱਟੀ ਚਲਾਉਂਦੇ ਸਨ। ਉਹ ਸ਼ਾਹੂਕਾਰ ਨੇ, ਉਹਨਾਂ ਨੂੰ ਇਹ ਤਾਂ ਪਤਾ ਵੀ ਦੁਕਾਨ ਦੇ ਅੰਦਰ ਕਿਹੜਾ ਸਮਾਨ ਕਿੰਨੇ ਦਾ ਹੈ, ਕਿਸ ਤਰ੍ਹਾਂ ਦਾ ਹੈ, ਕਿਵੇਂ ਦਾ ਹੈ, ਪਰ ਉਹਨਾਂ ਨੂੰ ਖੇਤੀ ਬਾਰੇ ਕੋਈ ਨੌਲੇਜ ਨਹੀਂ। ਹੁਣ ਸਤਿਗੁਰ ਸੱਚੇ ਪਾਤਸ਼ਾਹ ਕੰਮ ਪਏ ਕਰਦੇ ਨੇ ਤੇ ਬਾਬਾ ਲਹਿਣਾ ਜੀ ਵੀ ਉਹ ਵਿੱਚੋਂ ਨਾ ਬੂਟੇ ਪੁੱਟ ਕੇ ਤੇ ਬਾਹਰ ਸੁੱਟਣ ਲੱਗ ਗਏ। ਮਹਾਰਾਜ ਨੇ ਵੇਖ ਲਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਲੈਣਿਆ ਇਹ ਕੀ ਕਰਦਾ ਹੈ? ਮਹਾਰਾਜ ਘਰ ਤੇ ਮੈਂ ਵੀ ਉਹ ਹੀ ਰਿਹਾ ਜੋ ਤੁਸੀਂ ਕਰ ਰਹੇ ਹੋ। ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਤੇਰੇ ਕਰਨ ਵਿੱਚ ਤੇ ਸਾਡੇ ਕਰਨ ਵਿੱਚ ਫਰਕ ਹੈ, ਅੰਤਰ ਹੈ। ਮਹਾਰਾਜ ਕੀ ਮੈਨੂੰ ਸਮਝ ਨਹੀਂ, ਅਣਜਾਣ ਆ, ਗਿਆਨ ਨਹੀਂ ਮੈਨੂੰ। ਮਹਾਰਾਜ ਦੱਸੋ ਮੈਂ ਕੀ ਸਹੀ ਨਹੀਂ ਕਰ ਰਿਹਾ? ਤੇ ਮਹਾਰਾਜ ਨੇ ਆਖਿਆ ਲੈਣਿਆ ਤੂੰ ਤਾਂ ਉਹ ਵੀ ਬੂਟੇ ਪੁੱਟ ਕੇ ਬਾਹਰ ਸੁੱਟੀ ਜਾਂਦਾ ਹੈ ਜਿਨ੍ਹਾਂ ਨੂੰ ਚੰਗਾ ਫਲ ਲੱਗਣਾ, ਬਲਕਿ ਉਹ ਬੂਟੇ ਬਾਹਰ ਸੁੱਟਣੇ ਨੇ ਜਿਹੜੇ ਗੰਦਗੀ ਵਾਲੇ ਨੇ, ਜਿਹੜੇ ਫਸਲ ਨੂੰ ਨੁਕਸਾਨ ਦਿੰਦੇ ਨੇ।
ਬਲਕਿ ਜਿਹੜੇ ਚੰਗੇ ਨੇ ਉਹਨਾਂ ਨੂੰ ਤੇ ਸੰਭਾਲ ਕੇ ਰੱਖਣਾ ਹੈ, ਉਹਨਾਂ ਨੂੰ ਤੇ ਖਾਦ ਪਾਉਣੀ ਹੈ, ਪਾਣੀ ਦੇਣਾ ਹੈ, ਸਾਂਭ ਸੰਭਾਲ ਵਾੜ ਕਰਨੀ ਹੈ, ਕਿਤੇ ਉਹਨਾਂ ਨੂੰ ਕੋਈ ਪਸ਼ੂ ਨਾ ਖਾ ਜਾਵੇ, ਉਹਨਾਂ ਦੀ ਸੰਭਾਲ ਜ਼ਰੂਰੀ ਹੈ। ਪਰ ਜਿਹੜੇ ਵਿੱਚ ਫਾਲਤੂ ਦੇ ਵਾਧੂ ਦੇ ਭੈੜੇ ਬੂਟੇ ਉੱਗੇ ਨੇ, ਜਿਨ੍ਹਾਂ ਦੀ ਲੋੜ ਨਹੀਂ ਬਲਕਿ ਫਸਲ ਨੂੰ ਨੁਕਸਾਨ ਹੋਵੇਗੀ, ਉਹ ਪੁੱਟ ਕੇ ਤੇ ਬਾਹਰ ਸੁੱਟਣੇ ਨੇ। ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕਹਿਣ ਦਾ ਭਾਵ ਜਿਹੜਾ ਹੈ ਬੜਾ ਗਹਿਰਾ ਸੀ। ਹੁਣ ਆਮ ਮਨੁੱਖ ਇਸ ਬੁਝਾਰਤ ਨੂੰ ਬੁੱਝ ਨਹੀਂ ਸਕਦਾ, ਪਰ ਸਮਝਣ ਵਾਲਾ ਜਿਹੜਾ ਹੈ ਉਹ ਸਮਝ ਜਾਂਦਾ ਹੈ ਵੀ ਮਹਾਰਾਜ ਦਾ ਇਸ਼ਾਰਾ ਕਿੱਧਰ ਹੈ। ਕਿ ਭਲਿਆ ਸਾਰਿਆਂ ਨੂੰ ਇੱਕੋ ਜਿਹਾ ਨਾ ਸਮਝ ਕਿ ਆ ਜਿਹੜੇ ਸਾਰੇ ਬੂਟੇ ਨਜ਼ਰ ਆ ਰਹੇ ਨੇ ਵੀ ਇੱਕੋ ਜਿਹੇ ਹੋਣਗੇ, ਨਹੀਂ, ਇਹਨਾਂ ਵਿੱਚ ਕੁਝ ਚੰਗੇ ਵੀ ਨੇ। ਹੁਣ ਜੇ ਤੇਰੀ ਵੇਖਣ ਦੀ ਨਜ਼ਰ ਇਹ ਹੈ ਕਿ ਤੇਰੇ ਅੰਦਰ ਨਾਮ ਨਹੀਂ, ਸੇਵਾ ਨਹੀਂ, ਬੰਦਗੀ ਨਹੀਂ, ਕਮਾਈ ਨਹੀਂ, ਤੇ ਮਾਇਆ ਦੀ ਪੱਟੀ ਅੱਖਾਂ ਤੇ ਬੰਨੀ ਤੇ ਅਗਿਆਨਤਾ ਵਸ ਹੋ ਕੇ ਤੂੰ ਹਰ ਪਾਸੇ ਮਾੜਾ ਹੀ ਵੇਖਦਾ, ਤੂੰ ਸੋਚਦਾ ਵੀ ਇੱਥੇ ਕੋਈ ਚੰਗਾ ਹੈ ਹੀ ਨਹੀਂ, ਸਾਰੇ ਮਾੜੇ ਹੀ ਨੇ, ਇਸ ਕਰਕੇ ਤੂੰ ਹਰ ਇੱਕ ਨੂੰ ਇੱਕੋ ਹੀ ਤੱਕੜੀ ਵਿੱਚ ਤੋਲੀ ਜਾਂਦਾ। ਮੰਨਿਆ ਕੁਝ ਬੂਟੇ ਐਸੇ ਨੇ ਜਿਹੜੇ ਬਿਲਕੁਲ ਉਹਨਾਂ ਉਸ ਵਰਗੇ ਹੀ ਦਿਸਦੇ ਨੇ, ਪਰ ਇਹ ਕੋਈ ਜ਼ਰੂਰੀ ਤੇ ਨਹੀਂ ਦਿਸਣ ਵਾਲੇ ਜਿਹੜੇ ਹਨ ਉਹਨਾਂ ਵਰਗੇ ਹੀ ਹੋਣ। ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਦੁਨੀਆ ਅੰਦਰ ਧਰਮੀ ਪੁਰਸ਼ ਵੀ ਨੇ, ਹਾਂ ਥੋੜ੍ਹੇ ਨੇ, ਪਰ ਉਹਨਾਂ ਦੀ ਨਕਲ ਕਰਨ ਵਾਲੇ ਬਹੁਤੇ ਨੇ। ਪਰ ਜਿਹੜੇ ਬਹੁਤੇ ਨੇ ਉਹਨਾਂ ਨੂੰ ਨਿੰਦਦਾ ਏ ਤੇ ਉਹਨਾਂ ਦੇ ਪਿੱਛੇ ਕਿਤੇ ਚੰਗਿਆਂ ਨੂੰ ਵੀ ਨਾ ਮਾੜਾ ਕਹੀ, ਤੂੰ ਸਾਰਿਆਂ ਨੂੰ ਮਾੜਾ ਕਹੀ ਜਾਵੇਂ। ਆਪਾਂ ਦਾ ਇੱਕ ਸੁਭਾਅ ਬਣ ਚੁੱਕਿਆ ਆ, ਪਿਛਲੇ ਕੁਝ ਸਾਲਾਂ ਤੋਂ ਪਤਾ ਨਹੀਂ ਇੱਕ ਰਿਵਾਜ ਤੁਰ ਪਿਆ ਵੀ ਜਦੋਂ ਵੀ ਜਿਹਨੇ ਕਲਮ ਚੁੱਕੀ ਜਾਂ ਸਾਡੇ ਬਹੁਤੇ ਪ੍ਰਚਾਰਕ ਇੱਕੋ ਹੀ ਗੱਲ ਕਹਿੰਦੇ, ਜੀ ਸੰਤ ਨਹੀਂ ਹੁੰਦੇ, ਬ੍ਰਹਮ ਗਿਆਨੀ ਨਹੀਂ ਹੁੰਦੇ, ਨਾਮ ਦੀ ਕਮਾਈ ਵਾਲੇ ਨਹੀਂ ਹੁੰਦੇ। ਪਰ ਉਹ ਇਹ ਗੱਲ ਭੁੱਲ ਜਾਂਦੇ ਨੇ ਵੀ ਮਹਾਰਾਜ ਬਾਣੀ ਵਿੱਚ ਬਚਨ ਕਹਿ ਰਹੇ ਨੇ, ਸੰਤ ਸ਼ਰਨ ਜੋ ਪਰੈ ਸੋਜਨ ਉਦਰਨ ਹਾਰ। ਉਹ ਕਿਹੜੇ ਸੰਤਾਂ ਦੀ ਗੱਲ ਹੈ? ਹਾਂ, ਜਿੱਥੇ ਮਹਾਰਾਜ ਨੂੰ ਇਹ ਲੱਗਿਆ ਵੀ ਇਹ ਬੰਦਾ ਜਿਹੜਾ ਹੈ ਸੰਤ ਹੋਣ ਦਾ ਦਿਖਾਵਾ ਪਿਆ ਕਰਦਾ ਹੈ, ਉੱਥੇ ਮਹਾਰਾਜ ਨੇ ਸੁਚੇਤ ਕਰਤਾ। ਬਾਬਾ ਕਬੀਰ ਜੀ ਨੇ ਆਖਿਆ, ਓਏ ਹਰ ਕੇ ਸੰਤ ਨਾ ਆਖੀਏ ਬਾ ਨਾਰਸ ਕੇ ਠੱਗ। ਨਹੀਂ, ਇਹ ਸੰਤ ਨਹੀਂ, ਕਿਉਂਕਿ ਇਹਨਾਂ ਵਿੱਚ ਸੰਤਾਂ ਵਾਲੀ ਕੁਆਲਿਟੀ ਨਹੀਂ, ਗੁਣ ਨਹੀਂ। ਆਪਾਂ ਬਾਜ਼ਾਰ ਵਿੱਚੋਂ ਕੋਈ ਚੀਜ਼ ਖਰੀਦਦੇ ਹਾਂ, ਟਣਕਾ ਕੇ ਵੇਖਦੇ ਹਾਂ, ਉਹਦੇ ਇੱਕ ਇੱਕ ਗੁਣ ਪੁੱਛੀਦੇ ਨੇ, ਭਾਈ ਇਹਦੇ ਵਿੱਚ ਕੀ ਗੁਣ ਹੈ, ਕੀ ਚੰਗਿਆਈ ਹੈ? ਆ ਸਾਰੀਆਂ ਚੀਜ਼ਾਂ ਇੱਕੋ ਹੀ ਨੇ, ਇਹਨਾਂ ਦੇ ਰੇਟ ਵੱਖਰੇ ਵੱਖਰੇ ਕਿਉਂ ਨੇ? ਉਹ ਕਹਿੰਦਾ ਭਾਈ ਆਹ ਕੁਝ ਦਿਨ ਚੱਲਣ ਵਾਲੀ ਹੈ, ਆਹ ਇੱਕ ਬਹੁਤ ਲੰਮੇ ਟਾਈਮ ਚੱਲਣ ਵਾਲੀ ਹੈ, ਆਹ ਇੱਕ ਚੀਜ਼ ਇਹਦੀ ਕੋਈ ਗਰੰਟੀ ਨਹੀਂ, ਬਾਹਰ ਲੈ ਜਾ ਦੁਕਾਨ ਤੋਂ ਕੋਈ ਗਰੰਟੀ ਨਹੀਂ। ਪਰ ਇੱਕ ਚੀਜ਼ ਹੈ, ਇਹਦੀ ਸਾਲ ਦੀ 2 ਸਾਲ ਦੀ ਇਹਦੀ ਵੈਲਿਡਿਟੀ ਹੈ, ਲੈ ਕੇ ਆਏਗਾ ਤੈਨੂੰ ਦੁਬਾਰਾ ਫਿਰ ਵਾਪਸ ਦੇਵਾਂਗਾ। ਮਹਾਰਾਜ ਆਖਦੇ ਨੇ ਕੁਝ ਲੋਕ ਐਸੇ ਨੇ ਜਿਹੜੇ ਦਿਖਾਵਾ ਕਰਕੇ ਧਰਮ ਦਾ ਪਹਿਰਾਵਾ ਬਣਾ ਕੇ ਬੈਠੇ ਨੇ, ਪਰ ਵੈਲਿਡਿਟੀ ਕੋਈ ਨਹੀਂ, ਜੇ ਗਰੰਟੀ ਕੋਈ ਨਹੀਂ, ਕਿੱਥੇ ਧੋਖਾ ਦੇ ਜਾਣ। ਇਹੋ ਜਿਹੇ ਸੰਤ ਅੱਜ ਜੇਲਾਂ ਵਿੱਚ ਬੈਠੇ ਹੋਏ ਨੇ। ਪਰ ਹਾਂ, ਜੇ ਆਪਾਂ ਗੁਰੂ ਦਾ ਓਟ ਆਸਰਾ ਲੈ ਕੇ ਪਹਿਚਾਣ ਕਰਾਂਗੇ, ਜਿਵੇਂ ਗੁਰੂ ਨਾਨਕ ਸਾਹਿਬ ਪਹਿਚਾਣ ਕਰਾਉਂਦੇ ਨੇ ਬਾਬਾ ਲਹਿਣਾ ਜੀ ਨੂੰ ਚੰਗੇ ਤੇ ਮਾੜੇ ਦੀ, ਸਾਨੂੰ ਵੀ ਸਮਝ ਆ ਜਾਵੇਗੀ ਕਿਹੜਾ ਸੰਤ ਹੈ ਤੇ ਕਿਹੜਾ ਅਸੰਤ ਹੈ, ਕਿਹੜਾ ਧਰਮੀ ਹੈ ਤੇ ਕਿਹੜਾ ਅਧਰਮੀ ਹੈ। ਹੁਣ ਆਪਾਂ ਇੱਕ ਵੱਡੇ ਨਾਨਾ ਸਾਰਿਆਂ ਨੂੰ ਲੈ ਕੇ ਤੇ ਉਹਨਾਂ ਦੀ ਨਿੰਦਿਆ ਕਰੀ ਜਾਈਏ, ਉਹਨਾਂ ਨੂੰ ਮਾੜਾ ਕਹੀ ਜਾਈਏ। ਅਸੀਂ ਮਾੜਿਆਂ ਨੂੰ ਮਾੜਾ ਕਹਿੰਦੇ ਕਹਿੰਦੇ ਚੰਗਿਆਂ ਨੂੰ ਵੀ ਮਾੜਾ ਕਹਿਣ ਲੱਗ ਗਏ ਹਾਂ। ਉਹਨਾਂ ਦੀ ਵੀ ਨਿੰਦਿਆ ਕਰਨ ਲੱਗ ਗਏ, ਉਹਨਾਂ ਦੇ ਵੀ ਐਬ ਕੱਢਣ ਲੱਗ ਗਏ ਹਾਂ, ਉਹਨਾਂ 'ਚ ਵੀ ਦੋਸ਼ ਕੱਢਣ ਲੱਗ ਗਏ ਹਾਂ। ਬੜਾ ਪਿਆਰਾ ਇੱਕ ਬਚਨ ਧਨੀ ਰਾਮ ਚਾਤਰਿਕ ਨੇ ਕੀਤਾ ਹੈ। ਉਹ ਕਹਿੰਦੇ ਨੇ ਤੇਰਾ ਇੱਕ ਸੁਭਾਅ ਬਣ ਗਿਆ, ਤੇਰਾ ਇੱਕ ਨੇਚਰ ਬਣ ਗਿਆ ਬੰਦਿਆ। ਉਹ ਕੀ ਸੁਭਾਅ? ਕਿ ਹਰ ਵੇਲੇ ਨਿੰਦਿਆ ਤੇ ਚੁਗਲੀ ਕਰਨਾ। ਜੀਆ ਨਿੰਦਾ ਚੁਗਲੀ ਦਾ ਤੂੰ ਕਾਹਨੂੰ ਹੋ ਗਿਆ ਏ ਆਦੀ,
ਭਲਿਆ ਤੂੰ ਇਹ ਹਰ ਵੇਲੇ ਨਿੰਦਿਆ ਤੇ ਚੁਗਲੀ ਕਰਨ ਦਾ ਆਦੀ ਕਿਉਂ ਹੋ ਗਿਆ? ਵੀ ਜਦੋਂ ਵੇਖੋ ਤੇਰੇ ਕੋਲ ਹੋਰ ਕੋਈ ਗੱਲ ਹੀ ਨਹੀਂ, ਤੇਰੇ ਕੋਲ ਹੋਰ ਕੋਈ ਟੌਪਿਕ, ਕੋਈ ਵਿਸ਼ਾ ਹੀ ਨਹੀਂ, ਬਸ ਇੱਕੋ ਹੀ ਵਿਸ਼ਾ ਹੈ ਵੀ ਫਲਾਣੇ ਦੇ ਐਬ ਵੇਖਣੇ ਨੇ, ਹਰ ਕਿਸੇ ਦੇ ਐਬ ਵੇਖਣ ਲੱਗ ਪਏ ਨੇ। ਜੀਆ ਨਿੰਦਾ ਚੁਗਲੀ ਦਾ ਤੂੰ ਕਾਹਨੂੰ ਹੋ ਗਿਆ ਏ ਆਦੀ, ਐਬ ਪਰਾਏ ਫੋਲ ਫੋਲ ਕੇ ਕਰਦਾ ਰੋਜ਼ ਮੁਨਾਦੀ, ਹਰ ਕਿਸੇ ਵਿੱਚ ਐਬ ਲੱਭਦੇ। ਅੱਗੇ ਉਹ ਬੜਾ ਪਿਆਰਾ ਬਚਨ ਕਰਦੇ ਨੇ ਕਿ ਭਲਿਆ ਜੇ ਤੂੰ ਦੂਜਿਆਂ ਦੇ ਔਗਣ ਫਰੋਲੇਗਾ ਨਾ, ਫੂਲ ਪਰਾਏ ਔਗਣ ਕੁਝ ਨਾ ਆਪਣੇ ਪੱਲੇ। ਜੇ ਤੂੰ ਸਾਰੀ ਜ਼ਿੰਦਗੀ ਦੂਜਿਆਂ ਦੇ ਐਬ ਫੋਲਦਾ ਰਵੇਂਗਾ, ਸਾਰਿਆਂ ਦੀਆਂ ਬੁਰਾਈਆਂ ਵੇਖਦਾ ਰਵੇਂਗਾ, ਇੱਕ ਦਿਨ ਤੇਰਾ ਜੀਵਨ ਬੁਰਾਈਆਂ ਨਾਲ ਭਰ ਜਾਵੇਗਾ। ਤੇਰਾ ਆਪਣਾ ਜੀਵਨ ਬੁਰਾਈਆਂ ਨਾਲ ਭਰ ਜਾਵੇਗਾ। ਫੂਲ ਪਰਾਏ ਔਗਣ ਕੁਝ ਨਾ ਆਪਣੇ ਪੱਲੇ, ਜੇ ਅਗਲੇ ਦੇ ਗੁਣ ਟੋਈਏ ਤਾਂ ਠੰਡ ਪਏ ਇਸ ਗੱਲੇ, ਜੇ ਅਗਲੇ ਦੀ ਚੰਗਿਆਈ ਵੇਖੇ ਤਾਂ ਤੇਰੇ ਅੰਦਰ ਸ਼ੀਤਲਤਾ ਪੈਦਾ ਹੋ ਜਾਵੇ। ਜਿੱਥੇ ਤੇਰੇ ਅੰਦਰ ਈਰਖਾ ਦੀ ਅੱਗ ਵੀ ਸੜਦੀ ਹੈ, ਜਿੱਥੇ ਤੂੰ ਅੰਦਰ ਸੜਿਆ ਫਿਰਦਾ ਈਰਖਾ ਦੇ ਨਾਲ, ਜੇ ਕਿਸੇ ਦੀ ਚੰਗਿਆਈ ਵੇਖੇ ਤਾਂ ਤੇਰਾ ਜੀਵਨ ਸ਼ੀਤਲਤਾ ਨਾਲ ਭਰ ਜਾਵੇਗਾ। ਪਰ ਜੇ ਕੁਝ ਐਬਾਂ ਉੱਤੇ ਪਰਦਾ ਪਾ ਚੁੱਪ ਰਹੀਏ, ਜੇ ਕਿਸੇ ਦਾ ਕੋਈ ਔਗਣ ਵੇਖ ਲਿਆ, ਕਿਸੇ ਦੀ ਕੋਈ ਕਮੀ ਵੇਖ ਲਈ, ਤੇ ਉਹਦੇ ਉੱਤੇ ਪਰਦਾ ਪਾਣਾ ਸਿੱਖੀਏ। ਕੁਝ ਐਬਾਂ ਉੱਤੇ ਪਰਦੇ ਪਾਣੇ ਜ਼ਰੂਰੀ ਹੁੰਦੇ ਨੇ। ਆਪਾਂ ਵੇਖਦੇ ਹਾਂ ਮਾਪੇ ਆਪਣੇ ਬੱਚਿਆਂ ਦੀ ਕਿੰਨੀ ਵੱਡੀ ਗਲਤੀ ਹੋਵੇ, ਪਰ ਸਮਾਜ ਵਿੱਚ ਚਾਹੁੰਦੇ ਨੇ ਪਰਦਾ ਪਾ ਕੇ ਰੱਖੀਏ। ਗੁਰੂ ਵੀ ਪਰਦਾ ਪਾਉਂਦਾ ਹੈ ਤੇ ਸਿੱਖ ਨੂੰ ਵੀ ਇਹ ਸੁਭਾਅ ਦਿੱਤਾ ਏ ਕਿ ਵੇਖ ਕੇ ਅੰਡਠ ਕਰ, ਹਮੇਸ਼ਾ ਰੌਲਾ ਹੀ ਨਾ ਪਾਇਆ ਕਰ। ਪਰ ਜੇ ਕੁਝ ਐਬਾਂ ਤੇ ਪਰਦਾ ਪਾ ਚੁੱਪ ਰਹੀਏ, ਨੇਕੀ ਬਦੀ ਦੋਹਾਂ ਤੋਂ ਨਿਆਰੇ ਰਹੀਏ ਬੈਠ ਸੁਖੱਲੇ। ਉਹ ਕਹਿੰਦਾ ਅਸੀਂ ਨੇਕੀ ਬਦੀ ਤੋਂ ਚੰਗੇ ਹੋ ਜਾਵਾਂਗੇ, ਇਹਨਾਂ ਤੋਂ ਦੂਰ ਹੋ ਜਾਵਾਂਗੇ ਤੇ ਆਪਾਂ ਸੁੱਖ ਦਾ ਜੀਵਨ ਜੀਵਾਂਗੇ ਜੇ ਆਪਾਂ ਐਬਾਂ ਤੇ ਪਰਦਾ ਪਾਣਾ ਸਿੱਖ ਜੀਏ। ਤਾਂ ਗੁਰੂ ਪਿਆਰ ਵਾਲਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਨ੍ਹਾਂ ਦਾ ਸੁਭਾਅ ਹੀ ਇਹ ਹੈ ਹਮੇਸ਼ਾ ਐਬ ਵੇਖਣੇ, ਬੁਰਾਈਆਂ ਵੇਖਣੀਆਂ, ਫਿਰ ਉਹਨਾਂ ਦੀ ਦਸ਼ਾ ਕਿਹੋ ਜਿਹੀ ਹੁੰਦੀ ਹੈ? ਫਿਰ ਉਹ ਵੀ ਭਲੇ ਪੁਰਸ਼ਾਂ ਦੀ, ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਨੇ, ਉਹਨਾਂ ਦੀ ਨਿੰਦਿਆ ਕਰਨ ਵਾਲੇ ਮਨੁੱਖ, ਤਾਂ ਉਹਨਾਂ ਦੀ ਜਿਹੜੀ ਦਸ਼ਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦੱਸ ਰਹੇ ਹਨ। संत का दोखी अध बीच ते टूटै, संत का दोखी कितै काज न पहुँचै। संत जना की निंदिया करन वाले दा कारज विचे ही रुक जाता है, वो किसी सिरे ते नहीं पहुँचता, कारज कदी रास नहीं हुंदा। जिहड़ा भले पुरुषां की निंदिया करता है बल्कि उनका कारज विचे ही रुक जाता है, टुट जाता है। संत के दोखी को उद्यान परमाइए, संत का दोखी उजड़ पाइए। निंदिया करने वाला भले पुरुषों की वो राह तो हटा के तो कुराहे पा दिता जाता है। जिवें कोई मनुख रस्ते ते तुरदा होवे ते जंगल विच भटक जावे ते राह ना मिले, इस तरह जीवन के असल मार्ग तो थिड़क के ते बंदा जिहड़ा है वो मानो जंगलों विच भटकदा रहिंदा है, उहनूं राह ही नहीं लभदा, उजड़ विच पै जांदा है। उहनूं समझ नहीं आउंदी भी किहड़े पासे जावां। कई बंदे कहिंदे सुने होणगे ना, मैं बड़ी मुश्किल च फसिया वां, मैनूं कोई रस्ता नज़र नहीं आउंदा। महाराज आखदे ने निंदक नूं इहो जे उजड़ विच पा दिता जांदा है, फिर उहनूं कोई राह नज़र ही नहीं आउंदा। सारी जिंदगी भटकणा विच लंघ जांदी, भटकदा ही फिरदा, बस खुआर ही हुंदा पिया। संत का दुखी अंतर ते थोथा, ज्यों सास बिना मृतक की लोथा। भले पुरुषों की निंदिया करने वाला मनुख अंदरों खाली हुंदा जे, अंदर कुछ नहीं, कोई सिमरन नहीं, कोई सेवा नहीं, कोई बाणी नहीं, कोई नाम नहीं, कोई गुण नहीं, कोई चंगियाई नहीं,
बिल्कुल अंदरों खाली महाराज कह रहे ने। बल्कि उनकी हालत इस तरह जिवें मुर्दा हुंदा ना, जे साह नहीं हुंदे ते लोथ पई हुंदी है, समझो निंदक निरा लोथ ही है, बस तुरदी फिरदी लाश, कोई चंगियाई नहीं जीवन विच। ते मुर्दे नूं कौन रखना चाहुंदा भला? किहड़ा बहिंदा मुर्दे कोल? कहंदे इहनूं हुणे ले जाओ। मुर्दियां कोल नहीं कोई बैठदा, हाँ जिउंदियां कोल बैठण दा जी करदा है। महाराज कह रहे ने निंदक तां मुर्दे ने, वेखण नूं जिउंदे ने पर अंदरों खाली ने, अंदर कुछ भी नहीं। ते जे कोई आस लैके मुर्दियां कोल आ भी जावे भी शायद कुछ सानू दे देवेगा, मुर्दा की देवेगा किसी नूं? वो तो आप अपनी जिंदगी तो हत्थ हो के बैठा हुआ है, वो किसी नूं की जीवन दे सकता है? महाराज कह रहे ने उनकी हालत इस तरह की है निंदक दी, अंदरों खाली ते मुर्दे वर्गा। संत के दोखी की जड़ किश नाहे, आपन बीज आपे ही खाए। निंदिया करन वाला भले पुरुषां दा उनकी कोई जड़ नहीं हुंदी। हुण जड़ दा भाव यह है भी मूल ही नहीं हैगा। जिस दरखत की जड़ ना होवे वो किन्ना चिर हरा रह सकता? भला रह ही नहीं सकता, मूल ही नहीं, वजूद ही नहीं हैगा ना। जिस दी नींह नहीं हैगी ते नींह तो बिना महल खड़े नहीं हुंदे, पर नींह जिन्नी पक्की होवे उन्ना वड्डा महल पा लो। महाराज कह रहे ने निंदक दी तां नींह नहीं हैगी, भाव ना सिमरन ना सेवा, कोई चंगियाई जीवन विच नहीं है, इस करके नींह नहीं हैगी। ते जिहड़ा निंदक है वो जो बीजदा है वो ही खा रहा है। उन्हें अज तक सारी जिंदगी बुराइयां बीजियां ने, निंदिया ही बीजी है, हुण वढदा पिया। महाराज एक बड़ा प्यारा बचन आउंदा है याद कि भलिया तू सारी जिंदगी दूजियां दे ऐब वेंदा रहा, बुराइयां वेंदा रहा, यही तू बीजदा रहा, अज तू कहना मैं बड़ा दुखी हाँ, दद्दा दोष ना देऊ किसे, दोष कर्मा अपने। हुण निंदक ने निंदिया बीजी ते फल भी वही मिलना है। कुदरत का एक बड़ा प्यारा असूल है, वो ये है कि जे कोई बंदा कंडे बीजे तो कंडे ही मिलने ने। धरती जिहड़ी है ना वो बड़ा इंसाफ करदी बंदे नाल। जे तुसी फल बीजोगे उन्हें फल ही देना, जे तुसीं कंडे बीजो ने कंडे देने ने। मायने ये रखदा असीं बीज की रहे हैं। खेत शरीर जो बीजिया सो अंत खलोआ आए, जे हा बीजे सो लूना कर्मा संदड़ा खेत। आ शरीर तेरा खेत है, हुण तू इहदे विच किहड़ी खेती करनी चाहुंदा है? निंदिया दी, चुगली दी, रब्बी गुणा दी, नाम दी, सिमरन दी, सेवा, किहड़ी खेती करनी चाहुंदा है? तेरे कोल ऑप्शन आ, गुरु ने समझाउणा है तैनूं। हुण तू आप कवें जी मैं बड़ा दुखी हाँ, ते फिर किते ना किते दुख बीजे होणगे, किते ना किते तां बीजे ने ना। अज जे जीवन विच आए ने ते तू बीजे होणगे पक्का है, किसी होर ने नहीं बीजे। हर एक बंदा अपनी खेती आप करता है, कोई दूजा साड़ी खेती नहीं कर सकता। जे मैं कहां भी तू मैनू कोई चंगी अपने चंगे कर्म मैनू दे दे ते बदले विच माड़े तू ले लै, या माड़े तेरे मैं ले लेना तो चंगे तू ले लै, इस तरह कदी हो ही नहीं सकता। ये असूल है कुदरत का। अच्छा ये तो चलो धर्म की गल है, कोई आम ही ला लवो भी एक बंदे ने चंगी फसल बीजी होवे ते नाल दे ने माड़ी बीजी होवे, ते जिंदी चंगी फसल देंदा भला, माड़ी फसल बीजन वाला जिंदी फसल उगी नहीं वो कहे जी मैनू तो तू अपनी फसल दे दे, कहेगा ना भाई मैं भी बड़ी मेहनत की। वो अपनी चंगी फसल माड़ी नूं क्यों देवे? अच्छा जिहड़ा माड़ा वा वो ये चाहना अगर रखदा भी है तो उन्होंने कोई मिलने वाला नहीं, कुछ हासिल होने वाला नहीं। क्योंकि दोहां नूं रब ने आज़ादी दी, दोहां नूं समझ दी, ज्ञान दिता, अकल दी। वो गल वखरी है नहीं वरती तो इहदे विच कसूर दाते दा नहीं है। महाराज बड़ी कृपा करते ने, समझाते ने।
ਆਪਣ ਬੀਜ ਆਪੇ ਖਾਏ, ਆਪੇ ਤੂੰ ਬੀਜਿਆ ਹੁਣ ਖਾਈ ਜਾ, ਫਿਰ ਭਾਈ ਵੱਢੀ ਜਾ। ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ। ਭਾਈ ਨਿੰਦਕ ਨੂੰ ਨਹੀਂ ਜੇ ਕੋਈ ਵੀ ਰੱਖਦਾ, ਆਪਣੇ ਕੋਲ ਨਹੀਂ ਬਿਠਾਉਂਦਾ ਕੋਈ ਨਾ ਭਾਈ। ਹਾਂ, ਜਿਨ੍ਹਾਂ ਨੂੰ ਨਿੰਦਿਆ ਦਾ ਚਸਕਾ ਹੁੰਦਾ ਉਹੀ ਬਿਠਾਉਂਦੇ ਜੇ, ਜਿਨ੍ਹਾਂ ਨੂੰ ਸਵਾਦ ਹੁੰਦਾ ਹੈ ਨਾ ਉਹੀ ਬਿਠਾਉਂਦੇ ਨੇ। ਉਹ ਇੱਕੋ ਹੀ ਟੋਲੀ ਹੁੰਦੀ ਹੈ ਨਿੰਦਕਾਂ ਦੀ। ਮਹਾਰਾਜ ਕਹਿ ਰਹੇ ਨੇ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ। ਨਾਨਕ ਸੰਤ ਭਾਵੈ ਤਾਂ ਲੈ ਉਬਾਰ। ਸੰਤ ਦਾ ਹਿਰਦਾ ਬੜਾ ਵਿਸ਼ਾਲ ਹੈ, ਉਹ ਫਿਰ ਵੀ ਉਹਨੂੰ ਬਚਾ ਲੈਂਦਾ। ਕਹਿੰਦਾ ਕੋਈ ਗੱਲ ਨਹੀਂ, ਜੇ ਤੂੰ ਆ ਗਿਆ ਨਾ ਤੈਨੂੰ ਮੈਂ ਬਚਾ ਲਵਾਂਗਾ, ਹੋਰ ਕੋਈ ਨਹੀਂ ਜੇ ਬਚਾਉਂਦਾ। ਨਿੰਦਕ ਦੂਜੇ ਨਿੰਦਕ ਨੂੰ ਨਹੀਂ ਬਚਾ ਸਕਦਾ, ਦਾਵਾ ਭਾਵੇਂ ਕਰੇ ਵੀ ਮੈਂ ਤੈਨੂੰ ਬਚਾ ਲਵਾਂਗਾ, ਮੈਂ ਤੇਰੀ ਪਿੱਠ 'ਤੇ ਖਲੋਤਾ ਹਾਂ, ਤੇਰੇ ਸਿਰ 'ਤੇ ਖਲੋਤਾ, ਤੈਨੂੰ ਬਚਾ ਲਵਾਂਗਾ। ਵਕਤ ਆਵੇਗਾ ਨੇ ਦੌੜ ਜਾਣਾ। ਉਹ ਕਹਿੰਦਾ ਮੈਂ ਆਪਣੀ ਜਾਨ ਬਚਾਵਾਂ ਕਿ ਤੇਰੀ। ਮਹਾਰਾਜ ਕਹਿ ਰਹੇ ਨੇ ਕੇਵਲ ਇੱਕ ਸੰਤ ਭਲਾ ਪੁਰਸ਼ ਹੀ ਜਿਹੜਾ ਹੈ ਉਹਦਾ ਦਿਲ ਬੜਾ ਵਿਸ਼ਾਲ ਹੈ, ਉਹੀ ਬਚਾ ਸਕਦਾ ਹੈ ਭਾਈ, ਉਹੀ ਤੇਰੀ ਰੱਖਿਆ ਕਰ ਸਕਦਾ ਹੈ। ਇਸ ਕਰਕੇ ਕੋਈ ਨਿੰਦਕ ਆਵੇ ਤੇ ਨਿੰਦਕ ਨੂੰ ਵੀ ਬਚਾ ਲੈਂਦਾ ਹੈ ਸੰਤ। ਅਗਲੀ ਪਾਵਨ ਪੌੜੀ ਅੰਦਰ ਸਤਿਗੁਰ ਪਾਤਸ਼ਾਹ ਰਹਿਮਤ ਕਰਦੇ ਨੇ ਸੰਤ ਕਾ ਦੋਖੀ ਇਉਂ ਬਿਲ ਲਾਏ। ਜਿਹੜਾ ਨਿੰਦਿਆ ਕਰਨ ਵਾਲਾ ਹੈ ਨਾ ਉਹ ਇੱਦਾਂ ਵਿਲਕਦਾ ਹੈ। ਕਦੀ ਕਿਸੇ ਜੀਵ ਨੂੰ, ਰੋਗੀ ਨੂੰ ਵਿਲਕਦੇ ਹੋਏ ਵੇਖਿਆ? ਮੈਂ ਕਈ ਹਸਪਤਾਲਾਂ ਵਿੱਚ ਵੇਖੇ ਨੇ। ਆਪਾਂ ਕੋਲ ਤੇ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਹੈ, ਆਪਾਂ ਦਾ ਕੰਮ ਹੀ ਮਾਰਜ ਕੇ ਅਰਦਾਸ ਕਰਨੀ, ਤੇ ਕੋਈ ਨਾ ਕੋਈ ਵਿਲਕਦਾ ਆ ਹੀ ਜਾਂਦਾ ਹੈ ਦੂਜੇ ਤੀਜੇ ਦਿਨ। ਇੰਨੇ ਅੰਦਰੋਂ ਵਿਲਕਰੇ ਹੁੰਦੇ ਨੇ, ਬੜੇ ਦੁਖੀ ਹਾਂ, ਬੜੀ ਮੁਸ਼ਕਲ ਹੈ, ਬੜੇ ਰੋਗ ਲੱਗੇ ਹੋਏ ਨੇ, ਤੇ ਕਈ ਤਾਂ ਕਹਿੰਦੇ ਵੀ ਉੱਜੜ ਗਏ ਆ, ਬਸ ਕੀ ਕਰੀਏ। ਇਸ ਤਰ੍ਹਾਂ ਵਿਲਕਦੇ ਨੇ, ਰੋਂਦੇ ਨੇ ਆ ਕੇ ਉੱਚੀ ਉੱਚੀ। ਤੇ ਦੂਜੇ ਤੀਜੇ ਦਿਨ ਕੋਈ ਆਇਆ ਹੀ ਰਹਿੰਦਾ। ਬਾਬੇ ਨਾਨਕ ਦਾ ਦਰ ਹੈ, ਅਖੀਰ 'ਤੇ ਹੀ ਦਰ ਨਜ਼ਰ ਆਉਂਦਾ। ਫਿਰ ਉਹ ਫਿਰ ਦੁਨੀਆ ਗਾਹ ਕੇ ਫਿਰ ਆਹੇ ਗਾਹੇ ਸਾਰੇ ਫਿਰ ਇੱਥੇ ਆਉਂਦੇ ਨੇ, ਕਰੋ ਕੁਛ ਭਾਈ ਸਾਹਿਬ ਜੀ, ਕੁਝ ਨਾ ਕੁਝ ਕਰੋ। ਤੇ ਮੈਂ ਕਿਹਾ ਮਾਰਜ ਨਹੀਂ ਕਰਨਾ, ਜੋ ਕਰਨਾ ਭਾਈ ਗੁਰੂ ਨੇ ਕਰਨਾ, ਉਹੀ ਜੋ ਕਰੇ ਉਹਦੇ ਹੱਥ ਵੱਸ ਹੈ ਭਾਈ, ਸਾਡੇ ਹੱਥ ਵੱਸ ਕੁਝ ਨਹੀਂ। ਤੇ ਅਰਦਾਸ ਕਰ ਸਕਦੇ ਆ। ਤਾਂ ਮਹਾਰਾਜ ਕਹਿ ਰਹੇ ਨੇ ਸੰਤ ਦੀ ਨਿੰਦਿਆ ਕਰਨ ਵਾਲਾ ਬੰਦਾ ਵਿਲਕਦਾ ਹੈ। ਔਰ ਕਿਵੇਂ? ਜਿਉਂ ਜਲ ਵਿਹੂਣ ਮਛਲੀ ਤੜਫੜਾਵੇ। ਜਿਵੇਂ ਮੱਛੀ ਤੜਫਦੀ ਪਾਣੀ ਤੋਂ ਬਿਨਾਂ, ਨਿੰਦਕ ਇਸ ਤਰ੍ਹਾਂ ਤੜਫਦੇ ਨੇ। ਫਿਰ ਮੱਛੀ ਦਾ ਮੂਲ ਹੈ ਪਾਣੀ, ਬੰਦੇ ਦਾ ਮੂਲ ਹੈ ਬਾਣੀ। ਤੇ ਬੰਦਾ ਬਾਣੀ ਨਾਲੋਂ ਟੁੱਟਿਆ ਹੋਇਆ, ਨਿੰਦਿਆ ਤੇ ਵਿਸ਼ੇ ਵਿਕਾਰਾਂ ਵਿੱਚ ਪਿਆ ਹੋਇਆ, ਤੇ ਫਿਰ ਉਹਨੇ ਇਹੀ ਹਾਲ ਹੋਣੀ ਜਿਹੜੀ ਮੱਛੀ ਦੀ ਹੁੰਦੀ ਹੈ। ਪਾਣੀ ਤੋਂ ਬਿਨਾਂ ਮੱਛੀ ਜਿਵੇਂ ਤੜਫਦੀ ਮਰਦੀ ਹੈ, ਇਸੇ ਤਰ੍ਹਾਂ ਨਿੰਦਕ ਵੀ ਤੜਫਦਾ, ਵਿਲਕਦਾ, ਦੁਖੀ ਹੁੰਦਾ ਹੈ। ਸੰਤ ਕਾ ਦੋਖੀ ਭੁੱਖਾ ਨਹੀਂ ਰੱਜ। ਨਿੰਦਿਆ ਕਰਨ ਵਾਲਾ ਕਦੀ ਰੱਜਦਾ ਨਹੀਂ ਜੇ। ਕਹਿੰਦੇ ਤੋਂ ਭਲਾ? ਰੋਟੀ ਤੋਂ ਨਹੀਂ, ਨਿੰਦਿਆ ਤੋਂ। ਰੋਟੀ ਤੋਂ ਨਹੀਂ, ਨਿੰਦਿਆ ਤੋਂ। ਹਰ ਵੇਲੇ ਨਿੰਦਿਆ ਕਰਨ ਦਾ ਚਸਕਾ ਜਿੰਨੀ ਮਰਜ਼ੀ ਕਰਾ ਲਓ, 3-3 4-4 ਘੰਟੇ 5-5 ਘੰਟੇ ਬਸ ਨਾਨ ਸਟਾਪ ਲੱਗਾ ਹੀ ਰਹਿੰਦਾ। ਕੋਈ ਨਾ ਕੋਈ ਫੜ ਕੇ ਬੈਠੇ ਹੁੰਦਾ। ਇਹੋ ਜਿਹਾ ਸੁਭਾਅ ਨਿੰਦਕ ਦਾ ਮਹਾਰਾਜ ਕਹਿ ਰਹੇ ਨੇ ਭੁੱਖਾ ਨਹੀਂ ਰੱਜਦਾ। ਉਹ ਰੱਜਦਾ ਨਹੀਂ ਕਦੀ, ਭੁੱਖਾ ਹੀ ਰਹਿੰਦਾ ਵੀ ਹੋਰ ਕਰ ਲਾਂ ਨਿੰਦਿਆ, ਹੋਰ ਕਰ ਲਵਾਂ। ਜਿਉਂ ਪਾਵਕ ਇੰਧਨ ਨਹੀਂ ਧਰਾਪੈ। ਜਿਵੇਂ ਅੱਗ ਲੱਕੜਾਂ ਪਾਉਣ ਨਾਲ ਤੇ ਕਦੀ ਅੱਗ ਰੱਜਦੀ ਹੈ ਭਲਾ? ਜਿੰਨੀ ਮਰਜ਼ੀ ਲੱਕੜ ਪਾਈ ਜਾਣੇ, ਫੂਕ ਕੇ ਸਾਰੀ ਸਵਾਹ ਕਰ ਦੇਣੀ ਹੈ। ਇਸੇ ਤਰ੍ਹਾਂ ਨਿੰਦਕ ਹੈ, ਅੰਦਰੋਂ ਈਰਖਾ ਨਾਲ ਸੜਿਆ ਰਹਿੰਦਾ ਹੈ, ਹਰ ਵੇਲੇ ਨਿੰਦਿਆ ਕਰੀ ਜਾਂਦਾ ਪਰ ਰੱਜਦਾ ਨਹੀਂ ਹੈ। ਸੰਤ ਕਾ ਦੋਖੀ ਛੁਟੈ ਇਕੱਲਾ। ਜਿਉਂ ਬੁਆੜ ਤਿਲ ਖੇਤ ਮਾਹੇ ਦੁਹਿਲਾ। ਸੰਤ ਦਾ ਦੋਖੀ ਨਿੰਦਕ ਇਸ ਤਰ੍ਹਾਂ ਹੈ ਜਿਵੇਂ ਫਸਲ ਵੱਢਣ ਲੱਗਿਆ ਨਾ, ਜਦੋਂ ਤਿਲਾਂ ਦੀ ਫਸਲ ਵੱਢੀ ਜਾਂਦੀ ਏ ਤੇ ਉਹਨਾਂ 'ਚ ਕਈ ਬੂਟੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਫਲ ਨਹੀਂ, ਫਲੀਆਂ ਦੇ ਵਿੱਚ ਫਲ ਨਹੀਂ ਹੁੰਦੇ, ਤਿਲ ਨਹੀਂ ਹੁੰਦੇ। ਕਹਿੰਦੇ ਤਿਲਾਂ 'ਚ ਤੇਲ ਨਹੀਂ, ਸ਼ਬਦ ਵਰਤਦੇ ਹਨ ਵੀ ਤਿਲਾਂ 'ਚ ਤੇਲ ਨਹੀਂ। ਤੇ ਜਿਨ੍ਹਾਂ ਫਲੀਆਂ 'ਚ ਤਿਲ ਨਹੀਂ ਨਾ ਹੁੰਦੇ, ਕਿਸਾਨ ਨੂੰ ਛੱਡ ਜਾਂਦੇ ਨੇ, ਕਹਿੰਦੇ ਇਹਦਾ ਕੀ ਕਰਨਾ। ਜਿਨ੍ਹਾਂ ਨੂੰ ਫਲ ਲੱਗੇ ਨੇ ਉਹਨੂੰ ਵੱਢ ਲੈਂਦੇ ਨੇ ਵੀ ਆਹ ਕੰਮ ਦਾ। ਇਸੇ ਤਰ੍ਹਾਂ ਨਿੰਦਕ ਨੂੰ ਛੱਡ ਦਿੱਤਾ ਜਾਂਦਾ, ਉਹਦਾ ਕੋਈ ਸੰਗ ਨਹੀਂ ਕਰਦਾ। ਪਰ ਜਿਹੜੇ ਭਲੇ ਪੁਰਸ਼ ਨੇ ਲੋਕੀ ਉਹਨਾਂ ਦਾ ਸੰਗ ਕਰ ਲੈਂਦੇ ਨੇ ਜਾ ਕੇ। ਜਿਨ੍ਹਾਂ ਨੂੰ ਸਿਮਰਨ ਦਾ ਫਲ ਲੱਗਾ, ਚੰਗਿਆਈ ਦਾ ਫਲ ਲੱਗਾ, ਲੋਕੀ ਉਹਨਾਂ ਕੋਲ ਜਾ ਕੇ ਬੈਠਦੇ ਨੇ। ਤੇ ਜਿਹੜੇ ਖਾਲੀ ਨੇ ਉਹਨਾਂ ਕੋਲ ਕਿੰਨੇ ਬਹਿਣਾ? ਉਹਨਾਂ ਕੋਲ ਕੋਈ ਨਹੀਂ ਬੈਠਦਾ। ਇਸ ਕਰਕੇ ਉਹ ਭਾਈ ਇਕੱਲਾ ਹੀ ਰਹਿ ਜਾਂਦਾ ਹੈ।
ਸੰਤ ਕਾ ਦੋਖੀ ਧਰਮ ਤੇ ਰਹਿ, ਸੰਤ ਕਾ ਦੋਖੀ ਸਦ ਮਿਥਿਆ ਕਹਿਤ। ਤਾਂ ਸੰਤ ਜਨਾਂ ਦਾ ਨਿੰਦਕ ਧਰਮ ਤੋਂ ਸੱਖਣਾ ਹੁੰਦਾ ਹੈ, ਉਹਦੇ ਜੀਵਨ ਵਿੱਚ ਕੋਈ ਧਰਮ ਨਹੀਂ ਹੁੰਦਾ, ਕੋਈ ਚੰਗਿਆਈ ਨਹੀਂ ਹੁੰਦੀ। ਇਸ ਕਰਕੇ ਉਹ ਸਦਾ ਮਹਾਰਾਜ ਆਖਦੇ ਨੇ ਝੂਠ ਹੀ ਬੋਲਦਾ ਹੈ, ਮਿਥਿਆ ਕਹਿਤ। ਉਹਦੇ ਅੰਦਰ ਸੱਚ ਨਹੀਂ ਹੈ, ਸਿਰਫ ਝੂਠ ਹੀ ਝੂਠ ਹੈ। ਕਿਰਤ ਨਿੰਦਕਾ ਧੁਰ ਹੀ ਪਿਆ, ਇਹ ਤਾਂ ਉਹਦੀ ਕੀਤੀ ਹੋਈ ਕਿਰਤ ਏ, ਜੋ ਉਹਨੇ ਅੱਜ ਤੱਕ ਕੀਤਾ ਏ ਤੇ ਉਹ ਹੁਣ ਉਹਨੂੰ ਮਿਲਦਾ ਪਿਆ। ਇਹ ਕਿਸੇ ਦੀ ਗਲਤੀ ਨਹੀਂ। ਇਹ ਤੇ ਨਿੰਦਕ ਨੂੰ ਨਿੰਦਿਆ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ, ਉਹ ਚੰਗਿਆਂ ਦੀ ਨਿੰਦਿਆ ਕਰ ਰਿਹਾ ਹੈ। ਮਹਾਰਾਜ ਕਹਿ ਰਹੇ ਨੇ ਹੁਣ ਉਹ ਧੁਰੋਂ ਹੀ ਉਹਨੇ ਨਿੰਦਿਆ ਹੀ ਸ਼ੁਰੂ ਕੀਤੀ, ਪਹਿਲੇ ਦਿਨ ਤੋਂ ਤੇ ਸਾਰੀ ਜ਼ਿੰਦਗੀ ਨਿੰਦਿਆ ਹੀ ਕਰਦਾ ਰਿਹਾ, ਤਾਂ ਉਹ ਇਹੀ ਫਲ ਹੁਣ ਹਾਸਲ ਕਰ ਰਿਹਾ। ਨਾਨਕ ਜੋ ਤਿਸ ਭਾਵੈ ਸੋਈ ਥੀਆ। ਇਹ ਨਾਨਕ ਬੰਦੇ ਦੇ ਵੱਸ ਨਹੀਂ, ਜੋ ਰੱਬ ਨੂੰ ਚੰਗਾ ਲੱਗਦਾ ਉਹੀ ਕੁਛ ਹੁੰਦਾ ਹੈ। ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ, ਸੰਤ ਕਾ ਦੋਖੀ ਸੰਤ ਕੇ ਦੋਖੀ ਕੋ ਦਰਗਹਿ ਮਿਲੈ ਸਜਾਏ। ਜਿਹੜਾ ਨਿੰਦਿਆ ਕਰਨ ਵਾਲਾ ਹੈ, ਮਹਾਰਾਜ ਆਖਦੇ ਨੇ ਉਹਦਾ ਸਰੂਪ ਵਿਗੜ ਜਾਂਦਾ ਹੈ, ਉਹਦਾ ਮੂੰਹ ਵੇਖਣ ਵਾਲਾ ਨਹੀਂ ਰਹਿੰਦਾ, ਭਾਵ ਮੂੰਹ ਭ੍ਰਿਸ਼ਟਿਆ ਜਾਂਦਾ ਹੈ, ਕਿਉਂਕਿ ਨਿੰਦਿਆ ਕਰ ਕਰਕੇ ਉਹਦੀ ਜ਼ੁਬਾਨ ਇੰਨੀ ਭੈੜੀ ਹੋ ਜਾਂਦੀ ਹੈ, ਉਹਦਾ ਮੁਖ ਕੋਈ ਵੇਖਣ ਲਈ ਤਿਆਰ ਨਹੀਂ। ਮਹਾਰਾਜ ਕਹਿ ਰਹੇ ਨੇ ਸੰਤ ਕੇ ਦੋਖੀ ਕੋ ਦਰਗਹਿ ਮਿਲੈ ਸਜਾਏ। ਇਹੋ ਜਿਹੇ ਦੋਖੀ ਨੂੰ ਫਿਰ ਰੱਬ ਦੀ ਦਰਗਾਹ ਵਿੱਚ ਸਜ਼ਾ ਮਿਲਦੀ ਏ। ਸੰਤ ਕਾ ਦੋਖੀ ਸਦਾ ਸਹਿਕਾਈ ਹੈ, ਤਾਂ ਉਹ ਸਹਿਕਦਾ ਰਹਿੰਦਾ ਹੈ। ਜਿਹੜਾ ਨਿੰਦਕ ਹੈ ਹਰ ਵੇਲੇ ਦੁਖੀ ਹੁੰਦਾ ਹੈ। ਸੰਤ ਕਾ ਦੋਖੀ ਨਾ ਮਰੇ ਨਾ ਜੀਵਾਈਏ, ਨਾ ਉਹ ਮਰਦਾ ਤਾਂ ਨਾ ਜਿਉਂਦਾ ਰਹਿੰਦਾ, ਬਸ ਸਹਿਕਦਾ ਰਹਿੰਦਾ। ਕਈ ਇਹੋ ਜਿਹੇ ਨਿੰਦਕ ਜਿਹੜੇ ਮੌਤ ਮੰਗਦੇ ਨੇ ਪਰ ਮੌਤ ਵੀ ਆਉਂਦੀ ਨਹੀਂ, ਸਹਿਕਦੇ ਨੇ, ਦੁਖੀ ਹੁੰਦੇ ਨੇ। ਤਾਂ ਮਹਾਰਾਜ ਕਹਿੰਦੇ ਨੇ ਨਾ ਉਹ ਜਿਉਂਦਿਆਂ ਵਿੱਚ ਅਤੇ ਨਾ ਮੁਰਦਿਆਂ ਵਿੱਚ, ਨਾ ਉਹਨਾਂ ਦਾ ਜੀਵਨ ਹੀ ਹੈ ਅਤੇ ਨਾ ਹੀ ਉਹ ਮਰੇ ਹੋਏ ਨੇ, ਬਸ ਵਿੱਚ ਅਟਕੇ ਹੋਏ ਨੇ, ਸਹਿਕਦੇ ਨੇ ਪਏ, ਔਖੇ ਹੋ ਕੇ ਸਾਹ ਲੈਂਦੇ ਨੇ। ਸੰਤ ਕੇ ਦੋਖੀ ਕੀ ਪੂਜੈ ਨਾ ਆਸਾ, ਸੰਤ ਕਾ ਦੋਖੀ ਉੱਠ ਚੱਲੈ ਨਿਰਾਸ਼ਾ। ਸੰਤ ਦੇ ਦੋਖੀ ਭਾਵ ਨਿੰਦਕ ਦੀ ਕੋਈ ਆਸ ਨਹੀਂ ਪੁੱਗਦੀ, ਕੋਈ ਆਸ ਪੂਰੀ ਨਹੀਂ ਹੁੰਦੀ। ਸਾਰੀ ਜ਼ਿੰਦਗੀਆਂ ਜਿੰਨੀਆਂ ਆਸਾਂ ਲਾਵੇਗਾ ਰੱਬ ਤੋਂ, ਨਿਰਾਸ ਹੀ ਦੁਨੀਆ ਵਿੱਚੋਂ ਜਾਵੇਗਾ। ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ। ਭਾਈ ਜਿਹੜਾ ਸੰਤ ਦਾ ਦੁਖੀ ਹੈ, ਤ੍ਰਿਸ਼ਟ ਹੈ ਕੋਈ, ਭਾਵ ਉਹਦੀ ਪਿਆਸ, ਉਹਦੀ ਤ੍ਰੇਹ ਨਹੀਂ ਮੁੱਕਦੀ, ਉਹ ਕਦੀ ਰੱਜਦਾ ਨਹੀਂ, ਬਲਕਿ ਜਿਹੋ ਜਿਹਾ ਉਹਦੀ ਸੋਚ ਹੁੰਦੀ ਹੈ ਉਹੋ ਜਿਹਾ ਹੀ ਉਹ ਬਣ ਜਾਂਦਾ। ਜਿਹੋ ਜਿਹਾ ਸੁਭਾਅ ਹੁੰਦਾ ਉਹੋ ਜਿਹਾ ਦਾ ਜੀਵਨ ਬਣ ਜਾਂਦਾ। ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਹੁਣ ਕੀਤੀ ਹੋਈ ਕਿਰਤ ਨੂੰ ਕੋਈ ਮੇਟ ਨਹੀਂ ਸਕਦਾ, ਜੋ ਉਹਨੇ ਬੀਜਿਆ ਉਹ ਵੱਢਣਾ ਪੈਂਦਾ ਹੈ। ਨਾਨਕ ਤਾਂ ਕਹਿ ਰਹੇ ਨੇ ਵੀ ਰੱਬ ਸੱਚਾ ਜਾਣਦਾ ਵੀ ਇਹਨੇ ਸਾਰੀ ਜ਼ਿੰਦਗੀ ਨਿੰਦਿਆ ਹੀ ਬੀਜੀ ਅਤੇ ਨਿੰਦਿਆ ਹੁਣ ਵੱਢਦਾ ਪਿਆ। ਅਤੇ ਬੰਦਾ ਪਤਾ ਕੀ ਕਹਿੰਦਾ, ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਪਤਾ ਨਹੀਂ ਮੇਰੇ ਨਾਲ ਮਾੜਾ ਕਿਉਂ ਹੁੰਦਾ ਹੈ, ਮੈਂ ਕਿਸੇ ਨੂੰ ਅੱਜ ਤੱਕ ਦੁੱਖ ਨਹੀਂ ਦਿੱਤਾ ਅਤੇ ਮੈਨੂੰ ਦੁੱਖ ਕਿਉਂ ਮਿਲਦਾ ਹੈ। ਪਰ ਬੰਦਾ ਭੁੱਲ ਜਾਂਦਾ ਹੈ। ਅਖੀਰ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਸਮਝਾਉਣਾ ਕੀਤਾ ਹੈ। ਅਖੀਰਲਾ ਇਹ ਬਚਨ ਹੈ, ਸਭ ਘਟ ਤਿਸਕੇ ਉਹ ਕਰਨੈ ਹਾਰ। ਸਾਰੇ ਸਰੀਰ ਅਕਾਲ ਪੁਰਖ ਦੇ ਨੇ, ਉਹ ਬਣਾਉਣ ਵਾਲਾ ਹੈ। ਸਦਾ ਸਦਾ ਤਿਸ ਕੋ ਨਮਸਕਾਰ, ਸਦਾ ਭਾਈ ਉਹਨੂੰ ਨਮਸਕਾਰ ਕਰੋ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਦਿਨ ਰਾਤ ਉਹਦੀ ਵਡਿਆਈ ਕਰਨੀ ਹਰ ਵੇਲੇ ਚਾਹੀਦੀ ਹੈ। ਤਿਸੈ ਧਿਆਓ ਸਾਸ ਗਰਾਸ, ਹਰ ਵੇਲੇ ਰੱਬ ਨੂੰ ਚੇਤੇ ਕਰਨਾ ਚਾਹੀਦਾ, ਸਿਮਰਨਾ ਚਾਹੀਦਾ ਹੈ। ਰੋਟੀ ਖਾਂਦਿਆਂ, ਉੱਠਦਿਆਂ, ਬਹਿੰਦਿਆਂ ਹਰ ਵੇਲੇ ਉਹਨੂੰ ਯਾਦ ਰੱਖਣਾ ਚਾਹੀਦਾ ਹੈ। ਸਭ ਕੁਛ ਵਰਤੈ ਤਿਸ ਕਾ ਕੀਆ, ਜੋ ਕੁਛ ਸੰਸਾਰ ਵਿੱਚ ਹੁੰਦਾ ਹੈ ਰੱਬ ਦੇ ਹੁਕਮ ਵਿੱਚ ਹੁੰਦਾ ਹੈ। ਜੈਸਾ ਕਰੇ ਤੈਸਾ ਕੋ ਥੀਆ, ਜਿਵੇਂ ਜਿਵੇਂ ਹੋ ਰਿਹਾ ਹੈ ਰੱਬ ਦਾ ਭਾਣਾ ਉਵੇਂ ਹੀ ਵਰਤ ਰਿਹਾ ਹੈ। ਆਪਣਾ ਖੇਲ ਆਪ ਕਰਨੇ ਹਾਰ, ਇਹ ਰੱਬ ਦੀ ਖੇਡ ਹੈ ਭਾਈ, ਉਸ ਕਰਤੇ ਦੀ ਉਹ ਖੇਡਦਾ ਪਿਆ। ਦੂਸਰ ਕੌਣ ਕਹੈ ਵਿਚਾਰ, ਦੂਜਾ ਵਿਚਾਰਾ ਕੋਈ ਕੀ ਕਹਿ ਸਕਦਾ ਹੈ, ਕੀ ਵਿਚਾਰ ਕਰ ਸਕਦਾ ਹੈ। ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ, ਜਿਹਦੇ ਉੱਤੇ ਰੱਬ ਕਿਰਪਾ ਕਰ ਦਿੰਦਾ, ਆਪਣੇ ਨਾਮ ਦੀ ਦਾਤ ਦਿੰਦਾ ਹੈ, ਉਹਦੇ 'ਤੇ ਬਖਸ਼ਿਸ਼ ਕਰ ਦਿੰਦਾ, ਚਰਨਾਂ ਨਾਲ ਜੋੜ ਲੈਂਦਾ ਹੈ। ਵੱਡ ਭਾਗੀ ਨਾਨਕ ਜਨ ਸੇ, ਨਾਨਕ ਜੀ ਕਹਿ ਰਹੇ ਨੇ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਉੱਤੇ ਰੱਬ ਦੀ ਕਿਰਪਾ ਹੋ ਗਈ ਅਤੇ ਜਿਨ੍ਹਾਂ ਦੀ ਝੋਲੀ ਵਿੱਚ ਨਾਮ ਦੀ ਦਾਤ ਪੈ ਗਈ। ਮਹਾਰਾਜ ਕਿਰਪਾ ਕਰਨ। 13ਵੀਂ ਅਸ਼ਟਪਦੀ ਤੱਕ ਵਿਚਾਰ ਜਿਹੜੀ ਹੈ ਮੁਕੰਮਲ ਹੋਈ ਹੈ। ਗੁਰੂ ਪਿਆਰ ਵਾਲਿਓ, ਸਾਨੂੰ ਮਹਾਰਾਜ ਨੇ ਇੱਕ ਤੱਤ ਦੀ ਗੱਲ ਸਮਝਾਈ ਹੈ ਕਿ ਹਮੇਸ਼ਾ ਕਿਸੇ ਦੇ ਐਬ ਕੱਢਣੇ
ਐਬ ਫਰੋਲਣੇ, ਕਿਸੇ ਨੂੰ ਮਾੜਾ ਬੋਲਣਾ, ਕਿਸੇ ਦੀ ਨਿੰਦਿਆ ਕਰਨੀ, ਭਲੇ ਨੂੰ ਮਾੜਾ ਸਾਬਤ ਕਰਨਾ, ਇਹ ਸਾਰੀਆਂ ਬੁਰਾਈਆਂ ਦਾ ਤਿਆਗ ਸਾਨੂੰ ਕਰਨਾ ਚਾਹੀਦਾ। ਨਹੀਂ ਤਾਂ ਮਹਾਰਾਜ ਨੇ ਫਿਰ ਹਾਲਾਤ ਦੱਸ ਹੀ ਦਿੱਤੇ ਨੇ ਉਸ ਨਿੰਦਕ ਦੇ ਕਿ ਭਾਈ ਉਹਨੂੰ ਜੀਵਨ ਦੇ ਵਿੱਚ ਕਿੰਨੇ ਮੁਸ਼ਕਲਾਂ ਅਤੇ ਕਿੰਨੇ ਦੁੱਖਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ, ਪਰ ਉਹ ਰੱਬ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦਾ। ਮਹਾਰਾਜ ਕਿਰਪਾ ਕਰਨ। ਅਰਦਾਸ ਕਰੀਏ ਸਤਿਗੁਰੂ ਗਾਹੇ ਬਗਾਏ ਕਦੀ ਵੀ ਸਾਡੇ ਮੁਖ ਤੋਂ ਇਹੋ ਜਿਹਾ ਬੋਲ ਨਾ ਨਿਕਲੇ ਜਿਹਦੇ ਨਾਲ ਸਾਨੂੰ ਰੱਬ ਦੇ ਦਰ 'ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇ। ਮਹਾਰਾਜ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।